ਗੁਰੂ ਧੰਨ ਗੁਰੂ ਨਾਨਕ। ਨਾਨਕ। ਗੁਰਮੁਖੋ ਧੰਨ ਗੁਰੂ ਨਾਨਕ ਨਹੀਂ ਕਹਿਣਾ, ਹਾਂਜੀ ਧੰਨ ਗੁਰੂ ਨਾਨਕ ਕਹੋ। ਠੀਕ ਹੈ ਜੀ। ਕਲਗੀਧਰ ਨੇ ਹਾਂਜੀ ਚੰਡੀ ਦੀ ਵਾਰ ਦੇ ਵਿੱਚ ਅਰਦਾਸ ਬਣਾਈ, ਬਾਕੀ ਪਾਤਸ਼ਾਹੀਆਂ ਨੂੰ ਗੁਰ ਕਿਹਾ ਤੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਕਿਹਾ। ਠੀਕ ਠੀਕ ਹੈ। ਸਮਝ ਗਏ? ਜਦੋਂ ਵੀ ਕਹਿਣਾ ਧੰਨ ਗੁਰੂ ਨਾਨਕ। ਧੰਨ ਹਾਂਜੀ। ਗੁਰੂ ਨਾਨਕ। ਹਾਂ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਹਾਂਜੀ। ਕੁਝ ਕੁ ਸਵਾਲ ਆ ਜੀ, ਉਹ ਤੁਹਾਡੇ ਤੋਂ ਅਸੀਂ ਕਰਨੇ ਆ। ਸਵਾਲ ਤਾਂ ਵੈਸੇ ਕਾਫੀ ਆ, ਪਰ ਉਹਨਾਂ ਚੋਂ ਕੁਝ ਕੁ ਸਵਾਲ ਅਸੀਂ ਮੇਨ ਚੁਣੇ ਆ ਜੀ। ਪਹਿਲਾ ਸਵਾਲ ਤਾਂ ਯਾਨੀ ਕਿ ਇਹ ਹੈ ਜੀ ਵੀ ਨਾਨਕਸਰ ਦੀ ਸਥਾਪਨਾ, ਯਾਨੀ ਕਿ ਕਈ ਜਗ੍ਹਾ ਨਾਨਕਸਰ ਦੇ ਯਾਨੀ ਕਿ ਸਥਾਨਾਂ 'ਤੇ ਉਹ ਪਹਿਲਾਂ ਮਨਾ ਚੁੱਕੇ ਆ, ਅਤੇ ਆਪਣੇ ਸ਼ੇਰਪੁਰੇ ਜਿਹੜੇ ਜਨਮ ਸਥਾਨ ਦੇ ਆਪਾਂ ਇੱਥੋਂ ਯਾਨੀ ਕਿ ਪਾਇਆ ਵੀ 2-3 ਦਿਨ ਪਹਿਲਾਂ ਹੀ ਪਾਇਆ, 17 ਅਪ੍ਰੈਲ ਨੂੰ ਵੀ 96 ਵਰ੍ਹੇ ਪੂਰੇ ਹੋ ਚੁੱਕੇ ਨਾਨਕਸਰ ਨੂੰ। ਪਰ ਕਈ ਜਗ੍ਹਾ ਕੁਝ ਸਾਲਾਂ ਪਹਿਲਾਂ 100 ਸਾਲਾ ਮਨਾ ਚੁੱਕੇ ਆ। ਇਹ ਤਾਂ ਪਹਿਲਾਂ ਹੀ ਬਣਾ ਚੁੱਕੇ। ਹਾਂਜੀ, ਇਹਨਾਂ ਬਾਰੇ ਕੁਝ ਦੱਸੋ ਜੀ ਸਾਨੂੰ। ਦੇਖੋ ਜਿਹੜਾ ਨਾਨਕਸਰ ਦੇ ਵਿੱਚ ਮਨਾਇਆ ਇਹਨਾਂ ਨੇ, ਹਾਂਜੀ ਕੋਈ ਇਹਨਾਂ ਕੋਲ ਇਤਿਹਾਸ ਨਹੀਂ ਹੈ, ਕੋਈ ਸਬੂਤ ਨਹੀਂ ਹੈ, ਮਨ ਘੜਤ ਹਾਂਜੀ ਇਹਨਾਂ ਨੇ ਚੱਕਿਆ ਦਿਨ ਮਨਾਤਾ। ਮੇਰੇ ਕੋਲੇ ਸਬੂਤ ਆ, ਸਰਦਾਰ ਭਗਤ ਸਿੰਘ ਸੈਸ਼ਨ ਜੱਜ, ਹਾਂਜੀ ਉਹ ਬਾਬਾ ਜੀ ਦੇ ਟਾਈਮ ਵੀ ਸੀਗਾ ਹਾਂਜੀ ਤੇ ਫਿਰ ਬਾਬਾ ਈਸ਼ਰ ਸਿੰਘ ਦੇ ਟਾਈਮ ਵੀ ਸੀਗਾ, ਫਿਰ ਉਹ ਸੰਤ ਕੁੰਦਨ ਸਿੰਘ ਦੇ ਟਾਈਮ ਵੀ ਸੀਗਾ, ਠੀਕ ਹੈ ਜੀ। ਜਿਸ ਨੇ ਇਤਿਹਾਸ ਲਿਖਿਆ ਹੈ। ਹਾਂਜੀ ਤਰੀਕਾ ਬਾਈ ਸਾਰਾ ਕੁਝ ਦੇ ਕੇ ਉਹਨੇ ਇਤਿਹਾਸ ਲਿਖਿਆ। ਕੋਈ ਮੈਂ ਜਦੀ ਇੱਦਾਂ ਨਹੀਂ ਕੋ ਆਪਦੇ ਕੋਲੋਂ ਚ ਕਹਿਤਾ। ਉਹ ਇਹਨਾਂ ਨਾਨਕਸਰੀਆਂ ਦਾ ਕੀ ਆ? ਇਹ ਤਾਂ ਬਾਬਾ ਈਸ਼ਰ ਸਿੰਘ ਦਾ ਜਿਹੜਾ ਜਨਮ ਦਿਨ ਸੀਗਾ ਉਹ 16 ਦੇ ਵਿੱਚ ਸੀਗਾ, 2016 ਦੇ ਵਿੱਚ, ਹਾਂਜੀ ਤੇ ਚੱਕਿਆ ਇਹਨਾਂ ਨੇ 13 ਚ ਮਨਾਤਾ 100 ਸਾਲਾ। 3 ਸਾਲ ਪਹਿਲਾਂ ਹੀ ਵੀ ਪਿੱਛੇ ਨੂੰ ਖਿੱਚ ਲਿਆ। ਹਾਂਜੀ ਇਹ ਇਹਨਾਂ ਦਾ ਨਹੀਂ ਮੈਂ ਇਤਬਾਰ ਕਰਦਾ। ਠੀਕ ਹੈ ਜੀ। ਨਾ ਹੀ ਇਹ ਕੋਈ ਹੈਗੇ ਠੋਸ ਬੰਦੇ ਨਹੀਂ ਹੈ, ਕੋਈ ਜਲਦੀ ਇਹਨਾਂ ਦੀ ਕੋਈ ਵੀ ਗੱਲ ਕਰਤੀ ਜੀ ਇਹਨਾਂ ਨੇ ਸਹੀ ਕਰਤੀ। ਠੀਕ ਹੈ ਜੀ। ਹਾਂ, ਹੋਰ ਹਾਂਜੀ, ਇਹ ਜਿਹੜਾ 100 ਸਾਲਾ ਆ ਰਿਹਾ ਜੀ ਨਾਨਕਸਰ ਦਾ ਸਥਾਪਨ ਦਿਵਸ, ਵੀ ਇਹ ਆਪਣੇ ਕਿਹੜੇ ਸੰਨ ਦੇ ਵਿੱਚ ਹੈ ਜੀ? ਵੀ ਬਾਬਾ ਜੀ ਨੇ ਨਾਨਕਸਰ ਦਾ ਮੁੱਢ ਕਿਹੜੇ ਸੰਨ ਦੇ ਵਿੱਚ ਰੱਖਿਆ ਸੀ? ਇਹ 1924 ਦੇ ਵਿੱਚ ਰੱਖਿਆ ਸੀ। ਠੀਕ ਹੈ ਜੀ। 1924 ਤੋਂ ਹੁਣ ਤੁਸੀਂ ਗਾਹ ਲਾ ਲਓ ਹਿਸਾਬ। 2024 ਬਣਦਾ ਜੀ। 2024 ਦੇ ਵਿੱਚ ਇਹ 100 ਸਾਲਾ ਆਊਗਾ। ਠੀਕ ਹੈ ਜੀ। ਉਹ ਮੈਂ ਕਿਹੜਾ ਵਿੱਚੋਂ ਕੋਈ ਪ੍ਰੋਫਿਟ ਕੱਢਣਾ ਹਾਂਜੀ ਹਾਂਜੀ ਹੈ? ਜੇ ਸੰਗਤ ਜਾਊਗੀ ਉੱਥੇ ਮੱਥਾ ਟੇਕੂਗੀ, ਇਹਨਾਂ ਨੂੰ ਚੜਾਵਾ ਚੜੂਗਾ। ਹਾਂਜੀ ਠੀਕ ਐਵੇਂ ਟੱਪੀ ਜਾਂਦੇ ਆ, ਨਾ ਕੋਈ ਗੱਲ ਨਾ ਕੋਈ ਬਾਤ। ਆ ਚਲੋ ਅੱਗੇ। ਹਾਂਜੀ, ਇਹ ਜਿਸ ਟਾਈਮ ਯਾਨੀ ਕਿ 1924 ਦੇ ਵਿੱਚ ਬਾਬਾ ਜੀ ਨੇ ਨਾਨਕਸਰ ਦਾ ਮੁੱਢ ਰੱਖਿਆ ਸੀ, ਹਾਂ, ਉਸ ਟਾਈਮ ਜਿਹੜੇ ਆਪਣੇ ਲਈ 10 ਨਿਯਮ ਬਣਾਏ ਸੀ, ਉਹਨਾਂ ਦੇ ਵਿੱਚ ਇੱਕ ਨਿਯਮ ਸੀਗਾ ਵੀ ਬਾਬਾ ਜੀ ਨੇ ਕਿਹਾ ਸੀ ਮੈਂ ਆਪਦੇ ਹੱਥੀਂ ਕਿਸੇ ਨੂੰ ਅੰਮ੍ਰਿਤ ਨਹੀਂ ਛਕਾਉਣਾ। ਅੱਛਾ। ਵੀ ਇਹਦਾ ਕੀ ਮਤਲਬ ਹੋਇਆ ਜੀ? ਉਹ ਮਤਲਬ ਬਾਬਾ ਜੀ ਦਾ ਇਹ ਸੀਗਾ ਹਾਂਜੀ ਵੀ ਜਿੰਨੇ ਵੀ ਹੁਣ ਤੱਕ ਆਪਣੇ ਸਿੱਖ ਸੰਪਰਦਾ ਦੇ ਵਿੱਚ ਸਾਧੂ ਆਏ ਆ, ਹਾਂਜੀ ਸਾਰਿਆਂ ਨੇ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਲਿਆ। ਹਾਂਜੀ ਕੁਝ ਡੇਰੇਦਾਰਾਂ ਨੇ ਨਾਮ ਦੇਣੇ ਸ਼ੁਰੂ ਕਰਤੇ। ਹਾਂਜੀ ਗੁਰੂਆਂ ਦਾ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਹਾਂਜੀ ਸੰਗਤ ਮਹਾਂਪੁਰਖਾਂ ਦੀ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਜਿਹੜੇ ਸਾਨੂੰ ਗੁਰੂ ਨਾਲ ਜੋੜਨ, ਹਾਂਜੀ ਤੇ ਜਿਹੜਾ ਗੁਰੂ ਨਾਲ ਤੋੜ ਕੇ ਆਪਦੇ ਨਾਲ ਜੋੜਦੇ ਉਹਨਾਂ ਦੀ ਸੰਗਤ ਨਹੀਂ ਕਰਨੀ। ਇਹ ਬਾਬਾ ਜੀ ਦਾ ਬਚਨ ਸੀਗਾ। ਹਾਂਜੀ ਬਾਬਾ ਜੀ ਨੇ ਇਸੇ ਵਜ੍ਹਾ ਕਰਕੇ ਉੱਥੇ ਵੀ ਮੈਂ ਅੰਮ੍ਰਿਤ ਨਹੀਂ ਛਕਾਵਾਂਗਾ, ਨਾ ਮੈਂ ਕਿਸੇ ਨੂੰ ਨਾਮ ਦੇਵਾਂਗਾ। ਜੋ ਗੁਰਸਿੱਖਾਂ ਦਾ ਜੀਵਨ ਹੈ, ਬਾਬਾ ਜੀ ਨੇ ਉਹ ਜੀਵਨ ਰੱਖਿਆ। ਭਾਵੇਂ ਸ਼ਾਹੀ ਲਿਬਾਸ ਦੇ ਵਿੱਚ ਬਾਬਾ ਜੀ ਰਹਿੰਦੇ ਸੀ, ਹਾਂਜੀ ਪਰ ਗੁਰਸਿੱਖਾਂ ਵਾਲਾ ਇਹ ਨਹੀਂ ਕੋਈ ਚੋਲਾ ਪਾ ਲਿਆ ਜਾਂ ਹੋਰ ਕੁਝ ਕਰ ਲਿਆ ਜਾਂ ਉੱਧਰ ਆ ਜਾਂਦੀ ਬਾਬਾ ਜੀ ਕੋਈ ਭੇਖ ਬਣਾ ਕੇ ਬੈਠੇ ਸੀਗੇ। ਹਾਂਜੀ ਨਹੀਂ, ਇਹ ਚੀਜ਼ ਨਹੀਂ ਸੀਗੀ।
ਜਦ ਜਿੰਨੇ ਵੀ ਸਾਧੂ ਹੁਣ ਤੁਸੀਂ ਦੇਖ ਲਓ, ਜਿੰਨੇ ਵੀ ਹੈਗੇ ਆ, ਚਲੋ ਹੁਣ ਮੈਂ ਨਾਂ ਵੀ ਲੈ ਦਿੰਦਾ। ਰਾੜੇ ਵਾਲੇ ਦੇਖ ਲਓ, ਰਾੜੇ ਵਾਲੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਉਹ ਰਾੜੇ ਵਾਲੇ ਦੇ ਚੇਲੇ ਬਣ ਗਏ। ਹਾਂਜੀ ਜਿੱਥੋਂ ਕਿਤੋਂ ਕੋਈ ਅੰਮ੍ਰਿਤ ਛਕਦਾ ਉਹਦਾ ਹੀ ਚੇਲਾ ਬਣ ਜਾਂਦਾ। ਹਾਂਜੀ ਕਲਗੀਧਰ ਦੇ ਚੇਲੇ ਤਾਂ ਬਣੇ ਹੀ ਨਹੀਂ। ਹਾਂਜੀ ਉਹ ਤਾਂ ਐਵੇਂ ਸਰਬੰਸ ਉਹਨਾਂ ਨੇ ਵਾਰਤਾ, ਚੇਲੇ ਤੇ ਸਾਧਾਂ ਦੇ ਬਣਦੇ ਆ। ਜਿਹੜੀ ਗੱਲ ਆ ਇਹ ਪ੍ਰਚਾਰਕਾਂ ਨੂੰ ਗੱਲ ਕਰਨੀ ਚਾਹੀਦੀ ਆ, ਬਾਬਾ ਨੰਦ ਸਿੰਘ ਜੀ ਦੀ ਟੇਕ ਰੱਖ ਕੇ ਹਾਂਜੀ ਇਹ ਲੋਕਾਂ ਨੂੰ ਪ੍ਰਚਾਰ ਕਰਨ ਵੀ ਦੇਖੋ ਬਾਬਾ ਜੀ ਨੇ ਕਿੱਡਾ ਵੱਡਾ ਸਟੈਂਡ ਲਿਆ। ਹਾਂਜੀ ਹਰ ਇੱਕ ਆਪਣੀ ਮਾਣ ਪਰਬਤਾ ਚਾਹੁੰਦਾ। ਜਾਂ ਤਾਂ ਪੰਜਵੇਂ ਪਾਤਸ਼ਾਹ ਨੇ ਆਪਣੀ ਮਾਣ ਪਰਬਤਾ ਬੰਦ ਕੀਤੀ। ਹਾਂਜੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਾਣੀ ਦਾ ਪ੍ਰਕਾਸ਼ ਕਰਕੇ ਤਾਬਿਆ ਬਾਬਾ ਬੁੱਢਾ ਜੀ ਨੂੰ ਬਿਠਾਇਆ ਤੇ ਆਪ ਸਾਈਡ ਤੇ ਆਸਣ ਲਾ ਕੇ ਬੈਠੇ। ਉੱਥੇ ਪਹਿਲਾਂ ਮਹਾਰਾਜ ਦੀ ਪੂਜਾ ਹੁੰਦੀ ਸੀ ਪੰਜਵੇਂ ਪਾਤਸ਼ਾਹ ਦੀ, ਉਹਨਾਂ ਨੇ ਆਪਣੀ ਪੂਜਾ ਬੰਦ ਕਰਾ ਕੇ ਬਾਣੀ ਦੀ ਪੂਜਾ ਕਰਾਈ। ਹਾਂਜੀ ਇਸੇ ਤਰ੍ਹਾਂ ਬਾਬਾ ਜੀ ਨੇ ਜਦ ਗੁਰਸਿੱਖੀ ਜੀਵਨ ਦੇ ਵਿੱਚ ਹੀ ਆਪਣਾ ਟਾਈਮ ਗੁਜ਼ਾਰਿਆ। ਹਾਂਜੀ ਹੋਰ ਕੋਈ? ਹਾਂਜੀ ਅਗਲਾ ਸਵਾਲ ਇਹ ਹੈ ਜੀ ਵੀ ਵਿਹੰਗਮ ਕੀ ਹੈ, ਕੌਣ ਹੈ ਵਿਹੰਗਮ? ਦੇਖੋ ਜਿਹੜਾ ਵਿਹੰਗਮ ਆ ਨਾ, ਵਿਹੰਗਮ ਦੀ ਜਿਹੜੀ ਭਾਸ਼ਾ, ਰੱਬ ਵੀ ਵਿਹੰਗਮ ਆ। ਹਾਂਜੀ ਰੱਬ ਦਾ ਵਿਆਹ ਨਹੀਂ ਹੋਇਆ। ਹਾਂਜੀ ਬਣਾਇਆ ਤਾਂ ਬਾਬਾ ਜੀ ਨੇ ਇਹ ਸਾਰਾ ਕੁਝ ਸੀ ਵੀ ਜਿਹੜੀ ਵਿਹੰਗਮ ਹੈ ਨਿਰਲੇਪ ਆ। ਹਾਂਜੀ ਪਰਿਵਾਰ ਵੱਲੋਂ ਨਿਰਲੇਪ, ਪਦਾਰਥਾਂ ਵੱਲੋਂ ਨਿਰਲੇਪ, ਨਾ ਗ੍ਰਸਤੀਆਂ ਤੇ ਬੋਝ, ਨਾ ਹੋਰ ਕਿਸੇ ਪਾਸੇ ਕੋਈ ਬੋਝ। ਬਣਾਇਆ ਤਾਂ ਸੀਗਾ ਇਹਦਾ ਜੀਵਨ ਉੱਚਾ ਵੀ ਵਿਹੰਗਮ ਜਿਹੜੇ ਆ ਇਹ ਰੱਬ ਦੇ ਪੁੱਤਰ ਆ। ਤੇ ਜੇ ਹੁਣ ਕੋਈ ਵੀ ਵਿਹੰਗਮ ਬਣ ਕੇ ਲਾਲਚ ਕਰਦਾ ਜਾਂ ਪੈਸੇ ਇਕੱਠੇ ਕਰਨ ਵਾਸਤੇ ਜਾਂ ਆਪਦਾ ਕੋਈ ਅਡੰਬਰ ਰਚਦਾ, ਫਿਰ ਉਹ ਵਿਹੰਗਮ ਕਾਹਦਾ ਰਹਿ ਗਿਆ? ਹਾਂਜੀ ਵਿਹੰਗਮ ਤਾਂ ਇਕੱਲੇ ਫਿਰ ਬਾਬਾ ਜੀ ਹੋਈ ਰਹਿ ਗਏ। ਬਾਬਾ ਜੀ ਨੇ ਕੋਈ ਲਾਲਚ ਨਹੀਂ ਕੀਤਾ, ਹਾਂਜੀ ਆਪਦੇ ਪਰਿਵਾਰ ਨੂੰ ਇੱਕ ਪੈਸਾ ਨਹੀਂ ਦਿੱਤਾ। ਹਾਂਜੀ ਮੈਂ ਸਤਿਕਾਰ ਕਰਦਾ ਬਾਬਾ ਈਸ਼ਰ ਸਿੰਘ ਦਾ ਵੀ, ਹਾਂਜੀ ਉਹਦੇ ਵੀ ਆਪਦੇ ਪਰਿਵਾਰ ਨੂੰ ਇੱਕ ਪੈਸਾ ਨਹੀਂ ਦਿੱਤਾ। ਉਹ ਹੁਣ ਤੱਕ ਵਿਚਾਰੇ ਔਖੇ ਹੋ ਕੇ ਆਪਦਾ ਗੁਜ਼ਾਰਾ ਕਰ ਰਹੇ ਆ। ਹਾਂਜੀ ਕਹਿੰਦੀ ਇਹ ਹੁੰਦੀ ਵਿਹੰਗਮਤਾਈ। ਵਿਹੰਗਮਤਾਈ ਇਹ ਤਾਂ ਨਹੀਂ ਵੀ ਚੋਲਾ ਪਾ ਲਿਆ ਤੇ ਗੋਲ ਪੱਗ ਬੰਨ੍ਹੀ ਵਿਹੰਗਮ ਬਣ ਗਿਆ ਜੀ, ਨਹੀਂ। ਇਹ ਤਾਂ ਵਿਖਾਵਾ ਹੈ। ਵਿਖਾਵੇ ਬਾਰੇ ਸਤਿਗੁਰੂ ਕਹਿੰਦੇ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟੀਆਂ ਬਾਸ ਨਰਕ ਮੋਲੀ। ਜਿਹੜੇ ਲੋਕ ਪਖੰਡ ਕਰਕੇ ਪੈਸੇ ਪੂਸੇ ਇਕੱਠੇ ਕਰਦੇ ਆ ਜਾਂ ਹੋਰ ਕੁਝ ਕਰਦੇ ਆ, ਉਹ ਉਹਨਾਂ ਦੇ। ਹਾਂਜੀ ਅਗਲਾ ਜਿਹੜਾ ਆਹ ਪਾਠਾਂ ਬਾਰੇ ਵੀ ਕਹਿ ਦਿੰਦੇ ਆ ਜੀ, ਪਾਠ ਹਾਂਜੀ ਇੱਦਾਂ ਜਾਂ ਉੱਦਾਂ। ਇੱਕ ਜਗਰਾਉਂ ਤੋਂ ਆਇਆ ਮਾਸਟਰ ਪ੍ਰਿੰਸੀਪਲ ਬਲਵੀਰ ਸਿੰਘ, ਹਾਂਜੀ ਉਹਨੇ ਪ੍ਰਗਟ ਗੁਰਾਂ ਕੀ ਦੇਹ ਕਰਕੇ ਇੱਕ ਕਿਤਾਬਾਂ 2-3 ਲਿਖੀਆਂ। ਹਾਂਜੀ ਜਦ ਬਾਬਾ ਈਸ਼ਰ ਸਿੰਘ ਦੇ ਬਚਨ ਲਿਖੇ ਉਹਦੇ ਵਿੱਚ। ਹਾਂਜੀ ਬਾਬਾ ਈਸ਼ਰ ਸਿੰਘ ਦਾ ਬਚਨ ਸੀਗਾ ਹਾਂਜੀ ਬਈ ਰਾਜੇ ਨੇ 3 ਪਟਵਾਰੀ ਨਿਯੁਕਤ ਕੀਤੇ। ਹਾਂਜੀ ਹੁਕਮ ਕਰਤਾ, ਲਿਖ ਕੇ ਦੇਤਾ ਉਹਨਾਂ ਨੂੰ ਵੀ ਤੁਸੀਂ ਜਾਓ ਜੰਗਲ ਦੇ ਵਿੱਚ ਜਾ ਕੇ ਸਰਬਾ ਕਰੋ। ਸਰਬਾ ਕਰਨ ਵਾਸਤੇ 3 ਚਲੇ ਗਏ। ਇੱਕ ਨੇ ਤਾਂ ਹੁਕਮ ਜਿਹੜਾ ਸੀਗਾ ਰਾਜੇ ਦਾ ਉਹ ਸੋਹਣੇ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਲਿਆ, ਹਾਂਜੀ ਤੇ ਦੂਜੇ ਪਟਵਾਰੀ ਨੇ ਹਰ ਰੋਜ਼ ਪੜ੍ਹ ਲੈਣਾ ਤੇ ਪੜ੍ਹ ਕੇ ਕੱਪੜੇ 'ਚ, ਸੋਹਣੇ ਕੱਪੜੇ 'ਚ ਲਪੇਟ ਕੇ ਰੱਖ ਦੇਣਾ। ਹਾਂਜੀ ਜਿਹੜਾ ਤੀਸਰਾ ਪਟਵਾਰੀ ਸੀਗਾ, ਜਿੰਨੇ ਦਿਨਾਂ ਦੀ ਮੋਹਲਤ ਮਿਲੀ ਸੀਗੀ, ਉਹਨੇ ਫਿਰ ਆਪਣਾ ਸਰਬਾ ਕਰ ਲਿਆ। ਇੰਨੇ ਨੂੰ ਰਾਜਾ ਆ ਗਿਆ। ਕਿਉਂ ਬਈ? ਉਹ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡਾ ਹੁਕਮ ਉਹਦੇ ਦਾ ਹੀ ਬੜੇ ਸੋਹਣੇ ਕੱਪੜੇ 'ਚ ਲਪੇਟ ਕੇ ਰੱਖਿਆ ਹੋਇਆ ਮੇਰਾ। ਹਾਂਜੀ ਇਹ ਬਾਬਾ ਈਸ਼ਰ ਸਿੰਘ ਦਾ ਬਚਨ ਆਏ। ਠੀਕ ਹੈ ਜੀ। ਤੇ ਮੈਂ ਤਾਂ ਸੋਹਣੇ ਕੱਪੜੇ 'ਚ ਲਪੇਟ ਕੇ ਰੱਖਿਆ ਹੋਇਆ। ਕਹਿੰਦੇ ਤੂੰ ਬਈ? ਦੂਸਰੇ ਨੂੰ ਪੁੱਛਿਆ। ਉਹ ਕਹਿਣ ਲੱਗਾ ਜੀ ਮੈਂ ਹਰ ਰੋਜ਼ ਤੁਹਾਡਾ ਹੁਕਮ ਪੜ੍ਹ ਲੈਂਦਾ ਸੀਗਾ,
ਤੇ ਫਿਰ ਮੈਂ ਕੱਪੜੇ 'ਚ ਲਪੇਟ ਕੇ ਰੱਖ ਦਿੰਦਾ ਸੀਗਾ। ਫਿਰ ਤੀਸਰੇ ਨੂੰ ਪੁੱਛਿਆ, ਉਹਨੇ ਦੱਸਿਆ ਜੀ ਵੀ ਮੈਂ ਇੰਨਾ ਸਰਬਾ ਕਰਤਾ, ਜਿੰਨਾ ਤੁਸੀਂ ਹੁਕਮ ਕੀਤਾ ਸੀ ਮੈਂ ਉਹਨਾਂ ਸਾਰਾ ਸਰਬਾ ਕਰਤਾ। ਰਾਜਾ ਕਹਿਣ ਲੱਗਾ, ਇਹਨੂੰ ਦੇ ਦਿਓ ਇਨਾਮ। ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਤੇ ਦੂਜੇ ਜਿਹੜੇ 2 ਪਟਵਾਰੀ ਹੈ, ਇਹਨਾਂ ਨੂੰ ਸਜ਼ਾ ਦਿਓ, ਜੇਲ੍ਹ 'ਚ ਡੱਕ ਦਿਓ। ਹਾਂਜੀ। ਇਹਨਾਂ ਨੇ ਮੇਰੇ ਇੱਕ ਨੇ ਤਾਂ ਹੁਕਮ ਨੂੰ ਹੱਥ ਨਹੀਂ ਲਾਇਆ ਤੇ ਦੂਜੇ ਨੇ ਪੜ੍ਹ ਕੇ ਛੱਡਦਾ ਰਿਹਾ। ਜਦ ਦੀ ਬਾਬਾ ਈਸ਼ਰ ਤੋਂ ਕਹਿੰਦਾ ਸੀ, ਬਾਣੀ ਪੜ੍ਹਨੀ, ਬਾਣੀ ਤੇ ਅਮਲ ਕਰਨਾ। ਜਦ ਅਮਲ ਕਰਨ ਵਾਲੇ ਨੂੰ ਗੁਰੂ ਸਾਹਿਬ ਇਨਾਮ ਦਿੰਦੇ ਆ, ਗੁਰੂ ਸਾਹਿਬ ਉਹ 'ਤੇ ਬਖਸ਼ਿਸ਼ ਕਰਦੇ ਆ। ਠੀਕ ਹੈ। ਹਾਂ, ਚਲੋ ਅਗਲਾ ਸਵਾਲ ਹੈ ਜੀ ਵੀ ਕਰਮਯੋਗੀ ਕੌਣ ਹੈ? ਕਰਮਯੋਗੀ ਗੁਰਸਿੱਖ ਆ। ਗੁਰਸਿੱਖ ਕਰਮਯੋਗੀ ਆ। ਹਾਂਜੀ। ਜਰਾ ਜਿੰਨਾ ਸਿਰ ਦੁਖਣ ਲੱਗ ਗਿਆ ਤੇ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਭਾਈ ਤੋਂ ਵੀ ਇਹ ਸਿਰ ਦੁਖਣੋਂ ਹਟ ਜੇ, ਗੋਲੀ ਲੈ ਲਓ। ਹਾਂਜੀ। ਦੁੱਖ ਦੇ ਵਿੱਚ ਦੀ ਲੰਘਣਾ, ਕਲਗੀਆਂ ਵਾਲਾ ਦੁਨੀਆ ਦਾ ਮਾਲਕ ਹੋ ਕੇ ਉਹਨੇ ਪੂਰਨੇ ਪਾਏ। ਸਤਿਗੁਰਾਂ ਨੇ ਆਨੰਦਪੁਰ ਸਾਹਿਬ ਛੱਡਿਆ, ਕਰਮ ਦੇ ਵਿੱਚ ਦੀ ਲੰਘੇ ਆ। ਇਹ ਨਹੀਂ ਵੀ ਉੱਡ ਕੇ ਇੱਧਰ ਆ ਗਏ, ਤੁਰ ਕੇ ਆਏ ਆ। ਸਾਰਾ ਕੁਝ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ ਸੀਗਾ, ਚੋਲਾ ਵੀ ਫਟਿਆ ਹੋਇਆ ਸੀਗਾ। ਜਾਂਦੀ ਇਹਨੂੰ ਕਹਿੰਦੇ ਕਰਮਯੋਗੀ, ਗੁਰਸਿੱਖ ਬਣਾਇਆ ਕਰਮਯੋਗੀ। ਇੱਥੇ ਤਾਂ ਜਰਾ ਜਿੰਨਾ ਕੁਝ ਹੋ ਜਾਵੇ। ਇੱਕ ਕਹਿੰਦਾ ਕਿ ਬੋਦੀ ਵਾਲਾ ਤਾਰਾ ਚੜ੍ਹਿਆ ਸੀਗਾ, ਉਹ ਵੀ ਨਾਨਕਸਰ ਦਾ ਭਿੰਗਮੀ ਆ। ਹਾਂਜੀ। ਬਾਬਾ ਈਸ਼ਰ ਸਿੰਘ ਨੇ 17 ਕੋਤਰੀਆਂ ਖੰਡ ਪਾਠਾਂ ਦੀਆਂ ਕਰਾ ਕੇ ਉਹ ਬੋਦੀ ਘਸਾਤੀ। ਝੂਠ ਬੋਲੀ ਜਾਂਦੇ ਆ। ਬਾਬਾ ਈਸ਼ਰ ਸਿੰਘ ਨੇ ਨਾਨਕਸਰ ਬਣਾਇਆ। ਬਣਾਉਣ ਤੋਂ ਬਾਅਦ ਹਰ ਇੱਕ ਬੰਦਾ ਫਿਰ ਇਹ ਜਾਂਦੀ ਗੁਰੂ ਮਹਾਰਾਜ ਦੇ ਚਰਨ ਪਾਉਂਦਾ ਜਾਂ ਹੋਰ ਕੁਛ ਕਰਦਾ, ਖੁਸ਼ੀ ਮਨਾਉਂਦਾ। ਹਾਂਜੀ। ਉਹ ਖੁਸ਼ੀ ਦੀ ਖਾਤਰ 21 ਚਾਹੁੰਦੇ ਸੀ, 21 ਵੀ 21 ਕੋਤਰੀਆਂ ਖੰਡ ਪਾਠਾਂ ਦੀਆਂ ਕਰਾਈਏ। ਹਾਂਜੀ। ਜਾਂਦੀ ਹੈ ਨਾਨਕਸਰ ਦੇ ਮਹੂਰਤ ਵਾਸਤੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਸੰਗਤਾਂ ਜਾਂਦੀ ਆ ਉਹਦਾ ਦਰਸ਼ਨ ਮੇਲਾ ਕਰਨ, ਆਉਣ ਸੇਵਾ ਕਰਨ। ਉਹ ਬਣਾਇਆ ਤਾਂ ਪ੍ਰੋਗਰਾਮ ਇਹ ਸੀਗਾ, ਵਿੱਚੋਂ ਪਾਠੀ ਫਿਰ ਭੱਜ ਗਏ, ਪਾਠੀਆਂ ਨੇ ਸਿਰੇ ਨਹੀਂ ਚਾੜਿਆ ਕੰਮ। ਹਾਂਜੀ। ਬਾਬਾ ਈਸ਼ਰ ਸੋਹਣੇ ਹੱਸਦੇ ਰਹਿੰਦੇ ਸੀ ਹਰ ਵਕਤ, ਹਾਂਜੀ। ਕਦੇ ਗੁੱਸੇ ਦੇ ਮੂਡ 'ਚ ਨਹੀਂ ਹੁੰਦੇ। ਉਹਦੇ ਜ਼ਰੂਰ ਖਾਮੋਸ਼ ਹੋ ਕੇ ਕਿਹਾ, ਕੋਈ ਪੋਥੀ ਵਾਹ ਲੈਂਦਾ ਤੇ ਕੋਈ ਖੋਤੀ ਵਾਹ ਲੈਂਦਾ। ਜ਼ਿਮੀਂਦਾਰ ਖੋਤੀ ਵਾਹ ਲੈਂਦਾ, ਬਲਦਾਂ ਦੀ ਖੇਤੀ ਕਰ ਲੈਂਦਾ, ਉਹ ਵੀ ਪੈਸੇ ਦੀ ਖਾਤਰ ਕਰਦਾ। ਤੇ ਇਹ ਪੋਥੀ ਵਾਹ ਕੇ ਕਹਿੰਦੇ ਇਹ ਵੀ ਪੈਸੇ ਦੀ ਖਾਤਰ ਕਰਦੇ। ਚੱਲ ਅੱਗੇ। ਹਾਂਜੀ। ਅਗਲਾ ਸਵਾਲ ਹੈ ਜੀ, ਬ੍ਰਾਹਮਣਵਾਦ ਕੀ ਆ? ਵੀ ਕੀ ਸਿੱਖ ਧਰਮ ਦੇ ਵਿੱਚ ਵੀ ਬ੍ਰਾਹਮਣਵਾਦ ਹੈ? ਦੇਖੋ, ਜਿਹੜਾ ਬ੍ਰਾਹਮਣਵਾਦ ਆ ਨਾ, ਇਹ ਬ੍ਰਾਹਮਣਵਾਦ ਹੁੰਦਾ ਕਿਸੇ ਨੂੰ ਬਰਗਲਾਉਣਾ, ਹਾਂਜੀ, ਕਿਸੇ ਨੂੰ ਸਬਜ਼-ਬਾਗ ਦਿਖਾਉਣੇ, ਇਹਨੂੰ ਬ੍ਰਾਹਮਣਵਾਦ ਕਿਹਾ। ਚਾਹੇ ਉਹ 5 ਕਕਾਰ ਪਹਿਨਣ ਵਾਲਾ, ਹਾਂਜੀ, ਚਾਹੇ ਮੰਦਿਰ ਦਾ ਪੁਜਾਰੀ ਹੈ, ਹਾਂਜੀ, ਚਾਹੇ ਮਸਜਿਦ ਦੇ ਵਿੱਚ ਰਹਿਣ ਵਾਲਾ ਮੁੱਲਾ, ਤੇ ਚਾਹੇ ਚਰਚ ਦੇ ਵਿੱਚ ਰਹਿਣ ਵਾਲਾ ਪਾਦਰੀ ਹੈ। ਹਾਂਜੀ, ਜੇ ਕਿਸੇ ਨੂੰ ਬਰਗਲਾ ਕੇ ਉਹਦੀ ਜੇਬ 'ਚੋਂ ਪੈਸੇ ਕੱਢਦਾ, ਹਾਂਜੀ, ਉਹ ਬ੍ਰਾਹਮਣਵਾਦ ਆ, ਉਹਨੂੰ ਬ੍ਰਾਹਮਣਵਾਦ ਕਿਹਾ। ਠੀਕ। ਤੇ ਸਾਡੇ ਜਾਂਦੀ ਬ੍ਰਾਹਮਣਵਾਦ ਹੈ ਕਿਹੜਾ ਨਹੀਂ ਹੈ। ਹਰੇਕ ਹੀ ਬੰਦਾ ਸੋਚਦਾ ਵੀ ਮੈਂ 4 ਪੈਸੇ ਕੱਢ ਲਵਾਂ, ਉਹ ਫਲਾਨਾ ਕਰਾਂ, ਉੱਧਰ ਕਰਾਂ। ਫਿਰ ਸੁਪਨੇ ਸੁਣਾਉਂਦੇ ਆ, ਆਪਣੇ ਖਿਆਲ ਦੱਸਦੇ ਆ, ਸੁਪਨੇ ਸੁਣਾ ਕੇ ਲੋਕਾਂ ਨੂੰ ਵੀ ਸੁਪਨੇ ਵਿੱਚ ਤੁਸੀਂ ਆਏ ਸੀ ਜੀ, ਤੁਸੀਂ ਲੱਖ ਰੁਪਈਆ ਮੱਥਾ ਟੇਕਿਆ ਜੀ, ਤੁਸੀਂ ਐਂ ਕੀਤਾ ਜੀ, ਤੁਸੀਂ ਇਹ ਕੀਤਾ। ਇਹਨੂੰ ਕਹਿੰਦੇ ਬ੍ਰਾਹਮਣਵਾਦ। ਠੀਕ। ਇਹ ਬ੍ਰਾਹਮਣਵਾਦ ਤਾਂ ਹੁਣ ਗੁਰਦੁਆਰਿਆਂ ਵਿੱਚ ਜਾਂਦੀ ਸਾਰੇ ਉਹ ਭਾਈ ਹੈ ਜਿਹੜੇ ਉਹ ਹੱਥ ਜੋੜ ਕੇ ਕਹਿਣਗੇ ਆਓ ਜੀ ਤੁਹਾਡੀ ਅਰਦਾਸ ਕਰ ਦਈਏ। ਉਹ ਫਿਰ ਜਿਹੜਾ ਗ੍ਰਸਤੀ ਆ ਉਹ ਫਿਰ 100 ਦਾ ਨੋਟ ਉਹਦੇ ਹੱਥ ਦੇ ਵਿੱਚ ਹੌਲੀ ਕੁ ਦਿਨੇ ਪਾ ਦਿੰਦੇ ਆ। ਗੁਰੂ ਮਹਾਰਾਜ ਨੂੰ, ਗੁਰੂ ਮਹਾਰਾਜ ਜੇ ਗ੍ਰੰਥੀ ਦੀ ਅਰਦਾਸ ਸੁਣ ਸਕਦਾ ਤੇ ਕੀ ਇਹ ਦੁਨਿਆਵੀ ਪੁਰਸ਼ਾਂ ਦੀ ਇਹਨਾਂ ਦੀ ਅਰਦਾਸ ਨਹੀਂ ਸੁਣ ਸਕਦਾ? ਬਾਬਾ ਧੰਨਾ ਕਿਹੜਾ ਪੜ੍ਹਿਆ ਲਿਖਿਆ ਸੀ? ਹਾਂਜੀ, ਸਿੱਧੇ ਜੇ ਲਫ਼ਜ਼ਾਂ ਵਿੱਚ ਹੀ ਅਰਦਾਸ ਕੀਤੀ। ਹਾਂਜੀ,
ਸਿੱਧੇ ਜਿਹੇ ਲਫ਼ਜ਼ਾਂ 'ਚ ਕੀਤਾ ਕਰਕੇ ਹੀ ਬਸ ਉਹ ਗੁਰੂ ਸਾਹਿਬ ਨੇ ਪ੍ਰਗਟ ਹੋ ਕੇ ਮਹਾਰਾਜ ਨੇ ਦਰਸ਼ਨ ਵੀ ਦਿੱਤੇ ਆ ਅੱਗੇ। ਹਾਂਜੀ, ਆਖਰ ਦੇ ਵਿੱਚ ਇਹ ਰਹਿ ਗਿਆ ਜੀ ਆਪਣਾ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫੇਸਬੁੱਕ ਵਗੈਰਾ 'ਤੇ YouTube ਵਗੈਰਾ 'ਤੇ ਜਾਣੀ ਕਿ ਅੱਜ ਕੱਲ੍ਹ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਸਾਖੀਆਂ ਮਤਲਬ ਪਾਰੇ ਸ਼ੇਅਰ ਕਰ ਰਹੇ ਆ ਸੰਗਤਾਂ ਦੇ ਵਿੱਚ। ਹਾਂ ਉਹਨਾਂ ਦੇ ਵਿੱਚ ਜਾਣੀ ਕਿ ਬਾਬਾ ਜੀ ਨੂੰ ਇਸ ਹਿਸਾਬ ਨਾਲ ਪੇਸ਼ ਕਰ ਰਹੇ ਸਨ ਵੀ ਬਾਬਾ ਜੀ ਬਹੁਤ ਚਮਤਕਾਰੀ ਸੀ, ਮਤਲਬ ਇੱਕ ਹਿਸਾਬ ਦਾ ਕਿ ਜਾਦੂਗਰ ਦੇ ਤੌਰ 'ਤੇ ਪੇਸ਼ ਕਰ ਰਹੇ ਆ ਵੀ ਕੀ ਬਾਬਾ ਜੀ ਸੱਚੀਓ ਚਮਤਕਾਰੀ ਸੀ ਜਾਂ ਕੋਈ ਇਹੋ ਜਿਹਾ ਕੋਈ ਕਰਦੇ ਸੀ ਕੰਮ, ਜਿਸ ਹਿਸਾਬ ਨਾਲ ਇਹ ਪੇਸ਼ ਕਰ ਰਹੇ ਆ। ਉਹ ਖੁਦ ਚਮਤਕਾਰੀ ਆ ਉਹ, ਹਾਂਜੀ ਜਿਹੜੇ ਭੂਤਾਂ ਵਾਲੇ ਬਾਬੇ ਆ ਇਹ, ਉਹ ਖੁਦ ਚਮਤਕਾਰੀ ਆ। ਤੇ ਤਾਂ ਕਿ ਲੋਕਾਂ ਨੂੰ ਬਾਬਾ ਜੀ ਵੀ ਸੋਟੀ ਘੁਮਾ ਕੇ ਐਂ ਕਰ ਦਿੰਦੇ ਹੁੰਦੇ ਸੀਗੇ, ਹਾਂਜੀ ਇਹ ਆਪ ਏਦਾਂ ਕਰਦੇ ਆ, ਲੈ ਵੀ ਤੇਰੇ ਉੱਤੇ ਸੋਟੀ ਘੁਮਾਤੀ, ਤੂੰ ਹੁਣ ਠੀਕ ਹੋ ਜਾਏਗਾ। ਸਭ ਜਵਾਬ ਦਿਖਾਉਂਦੇ ਲੋਕਾਂ ਨੂੰ। ਹਾਂਜੀ ਬਾਬਾ ਜੀ ਨੇ ਤਾਂ ਗੁਰਮਤ ਨਹੀਂ ਛੱਡੀ, ਗੁਰਮਤ ਨੂੰ ਅਪਣਾਇਆ, ਗੁਰਮਤ ਦੇ ਵਿੱਚ ਹੀ ਰਹੇ ਬਾਬਾ ਜੀ। ਨਾ ਕਿਸੇ ਨੂੰ ਬਰ ਨਾ ਸਰਾਪ। ਹੁਣ ਵੀ ਨਾਨਕਸਰ ਦੇ ਵਿੱਚ ਦੇਖੋ, ਹਾਂਜੀ ਜਿੱਥੇ ਉਹ ਸ਼ੇਰਾਂ ਵਾਲੇ ਗੇਟ ਆ ਨਾ, ਹਾਂਜੀ ਔਰਲੀ ਡਿਊਟੀ ਤੋਂ ਅੰਦਰਲੇ ਪਾਸੇ ਆ ਗੇਟ, ਉਹ ਸਰੋਵਰ ਤੋਂ ਥੋੜਾ ਜਿਹਾ ਪਿੱਛੇ ਗੱਡੀ ਦੇ ਕੋਲ ਨੂੰ ਉੱਥੇ ਇੱਕ ਗੇਟ ਆ, ਸ਼ੇਰਾਂ ਵਾਲਾ ਗੇਟ। ਉਹ ਹਾਂਜੀ ਉੱਥੇ ਹਾਲ ਵੀ ਬੋਰਡ ਲੱਗੇ ਹੋਏ ਆ, ਕਿਸੇ ਨੂੰ ਬਾਬਾ ਜੀ ਨੇ ਬਰ ਨਾ ਸਰਾਪ। ਹਾਂਜੀ ਉਹ ਹੋਰ ਵੀ ਉੱਥੇ ਜਾ ਕੇ ਪੜ੍ਹ ਕੇ ਦੇਖ ਲਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਮਰਜ਼ਾਦਾ ਸੀਗੀ, ਉਹ ਹੁਣ ਵੀ ਉੱਥੇ ਕਾਇਮ ਆ, ਠੀਕ ਲਿਖੀ ਆ, ਉਹਨੂੰ ਪੜ੍ਹੋ। ਸੰਗਤਾਂ ਜਾਂਦੀਆਂ ਸਿੱਧੇ ਬਸ ਉਹ ਉੱਥੇ ਰੇਹੜੀਆਂ ਵਾਲਿਆਂ ਤੋਂ ਪਤਾਸੇ ਲੈ ਕੇ ਤੇ ਬਸ ਉਹ ਉਧਰ ਨੂੰ ਬਸ ਜਾ ਕੇ ਉੱਥੇ ਪਤਾਸੇ ਮੱਥਾ ਟੇਕ ਤੇ ਨਾਨਕਸਰ ਦਾ ਪਤਾਸੇ ਤੇ ਮਿਸ਼ਰੀ ਜੋਗਾ ਹੀ ਰਹਿ ਗਿਆ। ਹਾਂਜੀ ਤੇ ਹੋਰ ਉੱਥੇ ਚੀਜ਼ ਦੀ ਲੋੜ ਨਹੀਂ ਹੈ। ਕੋਈ ਵੀ ਕੰਮ ਹੈ, ਕੋਈ ਵੀ ਕਾਰਜ ਹੈ, ਸਭ ਪੈਸੇ ਨਾਲ ਹੋਣਾ। ਹਾਂਜੀ ਸਾਡਾ ਉਧਰ ਖਿਆਲ ਹੀ ਨਹੀਂ ਹੈ। 500 ਦੇ ਕੇਲੇ ਲੈ ਲੈਣਗੇ, ਜੇ ਉਹੀ 500 ਰੁਪਇਆ ਤੁਸੀਂ ਸੇਵਾ 'ਚ ਪਾ ਦਿਓ, ਉੱਥੇ ਸੇਵਾ ਫੜਾਓ, ਸੇਵਾ ਲੱਗੂਗੀ। ਉਹ ਡੱਬੇ ਮਠਿਆਈਆਂ ਦੇ ਜਿਹੜੇ ਸਭ ਤੋਂ ਗੰਦੇ ਹੁੰਦੇ ਆ ਹਲਵਾਈ, ਉਹ ਡੱਬੇ ਫਿਰ ਨਾਨਕਸਰ ਨੂੰ ਦੇ ਦਿੰਦੇ ਆ। ਇੱਥੇ ਵੀ ਆਉਂਦੇ ਆ, ਨਿਰਪਰਾਏ ਤਾਂ ਨਹੀਂ ਵੀ ਉੱਥੇ ਹੀ ਆਉਂਦੇ ਆ, ਹਾਂਜੀ ਇੱਥੇ ਹੀ ਬਥੇਰੇ ਡੱਬੇ ਆਉਂਦੇ ਆ। ਬਥੇਰਾ ਕਹੀਦਾ ਉਹਨਾਂ ਨੂੰ ਵੀ ਆਪਦਾ ਡੱਬਾ ਲੈ ਜਾਓ ਚੱਕ ਕੇ ਇੱਥੋਂ। ਜਿਹੜਾ ਪ੍ਰਸ਼ਾਦ ਆ, ਜੇ ਕੀ ਆ ਪ੍ਰਸ਼ਾਦ, ਕੀ ਹੈ ਪ੍ਰਸ਼ਾਦ? ਦਾ ਅਸਲ ਦੇਗ ਆ, ਜਿਹੜੀ ਗੁਰੂ ਸਾਹਿਬਾਂ ਦੇ ਦਰਬਾਰ ਦੇ ਵਿੱਚ ਸ੍ਰੀ ਅੰਮ੍ਰਿਤਸਰ, ਉੱਥੇ ਦੇਖੋ, ਉੱਥੇ ਵੀ ਦੇਗ ਦਾ ਪ੍ਰਸ਼ਾਦ ਮਿਲਦਾ ਵੀ ਆ ਤੇ ਲੋਕ ਦੇਗ ਚੜਾਉਂਦੇ ਵੀ ਆ। ਇੱਕ ਸਾਡੇ ਹੀ ਆ ਇੱਥੇ ਬਸ ਆ ਤੁਰੇ ਫਿਰਦੇ ਆ। ਹੋਰ ਕੋਈ ਪੁੱਛਣਾ? ਨਹੀਂ ਜੀ ਬਸ ਠੀਕ ਹੈ ਜੀ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।